ਅਸੀਂ ਕਰ ਰਹੇ ਹਾਂ क्लास 10th चैप्टर 5th एक्सरसाइज 5.3। सो क्वेश्चन साडे को है 11th। सो 11th क्वेश्चन ਦੇ ਵਿੱਚ ਸਾਡੇ ਕੋਲ ਦੇਖੋ ਕੀ ਦਿੱਤਾ ਗਿਆ ਹੈ ਕਿ ਜੇਕਰ ਕਿਸੇ ਏਪੀ ਦੇ ਪਹਿਲੇ n ਪਦਾਂ ਦਾ ਜੋੜਫਲ 4n - n ਸਕੁਅਰ ਹੈ। ਸੋ ਕਿੰਨੇ ਟਰਮਸ ਦਾ n ਟਰਮਸ ਦਾ। ਸੋ ਸਮੇਸ਼ਨ ਆਫ ਸੋਲੂਸ਼ਨ ਚ ਕੀ ਹੋ ਜਾਏਗਾ ਸਾਡੇ ਕੋਲ ਸਮੇਸ਼ਨ ਆਫ ਫਸਟ n ਟਰਮਸ ਇਜ਼ ਇਕੁਅਲ ਟੂ 4n - n ਸਕੁਅਰ। ਸੋ ਇਹ ਕਿਹਾ ਗਿਆ ਸਾਡੇ ਕੋਲ ਕਿ ਪਹਿਲੇ n ਪਦਾਂ ਦਾ ਜੋੜਫਲ ਕਿੰਨਾ ਹੈ 4n - n ਸਕੁਅਰ ਹੋਵੇ ਤਾਂ ਇਸ ਦਾ ਪਹਿਲਾ ਪਦ ਭਾਵ S1 ਕੀ ਹੈ। ਸੋ ਇਸ ਦੀ ਫਸਟ ਟਰਮ ਕੀ ਹੈ। ਸੋ A1 ਔਰ S1 ਇਸ ਦੇ ਬਾਰੇ ਡਿਸਕਸ ਕਰਾਂਗੇ ਕਿ ਅਸੀਂ ਇਹ ਕਿਉਂ ਲਿਖਿਆ ਹੈ। ਸੋ ਫਿਰ ਇਹ ਸਾਡੇ ਕੋਲ ਦਿੱਤਾ ਕਿ ਪਹਿਲੇ ਦੋ ਪਦਾਂ ਦਾ ਜੋੜਫਲ ਕੀ ਹੈ। ਸੋ ਇਸ ਦੇ ਫਸਟ ਟੂ ਟਰਮ ਦਾ ਜੋੜ ਫਾਈਂਡ ਕਰਨਾ ਅਸੀਂ ਪਹਿਲੇ ਦੋ ਪਦਾਂ ਦਾ ਜੋੜਫਲ ਕਲੀਅਰ। ਸੋ ਫਿਰ ਲਿਖਿਆ ਦੂਜਾ ਪਦ ਕੀ ਹੈ। ਸੋ ਦੂਸਰੀ ਟਰਮ ਵੀ ਫਾਈਂਡ ਕਰਨੀ ਹੈ ਕੀ ਹੈ ਸਾਡੇ ਕੋਲ। ਇਸੇ ਤਰ੍ਹਾਂ ਤੀਸਰਾ 10ਵਾਂ ਤੇ nਵਾਂ ਪਦ ਪਤਾ ਕਰੋ। ਸੋ ਨਾਲ ਦੀ ਨਾਲ ਸਾਨੂੰ ਕੀ ਕਿਹਾ ਗਿਆ ਹੈ ਇਸ ਦਾ A3 A10 ਅਤੇ AN ਅਤੇ AN ਐਂਡ AN ਵੀ ਦੱਸੋ। ਸੋ ਇਹ ਹੈ ਸਾਡੇ ਕੋਲ ਕੁਐਸਚਨ। ਸੋ ਸ਼ੁਰੂ ਕਰਦੇ ਹਾਂ ਕੁਐਸਚਨ ਅਸੀਂ ਆਪਣਾ SN ਦਿੱਤਾ ਸਾਡੇ ਕੋਲ 4n - n ਸਕੁਅਰ। ਸੋ ਅਸੀਂ ਲਿਖਿਆ A1 ਔਰ S1 ਸਾਡੇ ਕੋਲ ਇੱਕ ਹੀ ਟਰਮ ਹੋਵੇਗੀ। ਕਿਸ ਤਰ੍ਹਾਂ ਸਾਡੇ ਕੋਲ ਇੱਕ ਟਰਮ ਬਣਦੀ ਹੈ ਅਸੀਂ ਵੇਖਦੇ ਹਾਂ। ਸੋ ਧਿਆਨ ਦਿਓ ਕਿ ਜਦੋਂ ਅਸੀਂ ਇੱਕ AP ਲਿਖਦੇ ਹਾਂ ਅਸੀਂ AP ਲਿਖ ਲਈ 1 2 3 4 ਐਂਡ 5 ਠੀਕ ਹੈ। ਹੁਣ ਜੇਕਰ ਮੈਂ ਕਹਾਂ ਕਿ ਤੁਹਾਡੇ ਕੋਲ S1 ਕਿ ਪਹਿਲੀ ਟਰਮ ਦਾ ਜੋੜ ਕਿੰਨਾ ਹੈ। ਸੋ ਫਸਟ ਟਰਮ ਦਾ ਸਮ ਕਿੰਨਾ ਹੋਊਗਾ ਤਾਂ ਇਹ ਸਾਰੀਆਂ ਟਰਮਸ ਦੀ ਅਸੀਂ ਗੱਲ ਜਿਹੜੀ ਕਿ ਉਹ ਨਹੀਂ ਕਰਾਂਗੇ ਠੀਕ ਹੈ ਨਾ। ਇਹ ਦੇਖੋ ਇਹਨਾਂ ਸਾਰੀਆਂ ਟਰਮਸ ਦੀ ਗੱਲ ਨਹੀਂ ਹੋਵੇਗੀ ਸਿਰਫ ਫਸਟ ਟਰਮ ਦੀ ਗੱਲ ਹੋ ਰਹੀ ਹੈ। S1 ਕਿੰਨਾ ਹੋਏਗਾ 1। ਸੋ ਜਿੰਨੀ ਵੀ ਫਸਟ ਟਰਮ ਸਾਡੇ ਕੋਲ ਹੋਏਗੀ ਸਾਡੇ ਕੋਲ S1 ਜਿਹੜਾ ਕਿੰਨਾ ਹੋ ਜਾਏਗਾ ਇੱਕ ਹੋ ਜਾਏਗਾ। ਸੋ S1 ਸਾਡੇ ਕੋਲ 1 ਆ ਜਾਏਗਾ ਤਾਂ ਜੋ ਸਾਡੇ ਕੋਲ AP ਦੀ ਕਿਹੜੀ ਹੈ ਫਸਟ ਟਰਮ ਹੈ ਕਲੀਅਰ। ਫਿਰ ਅਸੀਂ ਗੱਲ ਕਰਦੇ ਹਾਂ ਕਿ S2 ਕਿ ਪਹਿਲੀਆਂ ਦੋ ਟਰਮਸ ਦਾ ਸਮ ਸਾਡੇ ਕੋਲ ਕਿੰਨਾ ਹੈ। ਹੁਣ ਦੇਖੋ ਦੂਸਰੀ ਟਰਮ ਤੇ ਅਸੀਂ ਚੱਲ ਗਏ ਹਾਂ ਸਾਡੇ ਕੋਲ ਕਿੰਨਾ ਜਿਹੜਾ ਸਮ ਬਣ ਜਾਂਦਾ ਹੈ 1 + 2 ਸਾਡੇ ਕੋਲ ਹੋਏਗਾ ਨਾ ਸਾਡੇ ਕੋਲ 3 ਬਣੇਗਾ। ਸੋ ਇਸ ਤਰ੍ਹਾਂ ਸਾਡੇ ਕੋਲ 2 ਟਰਮ ਜਿਹੜੀ ਹੋਏਗੀ ਉਹ ਅਸੀਂ ਆਪਣੇ n ਦੇ ਵਿੱਚ ਜਦੋਂ 1 ਪੁੱਟ ਕਰਦੇ ਹਾਂ ਤਾਂ ਸਾਡੇ ਕੋਲ ਫਸਟ ਟਰਮ ਆ ਜਾਏਗੀ। ਜਦੋਂ 2 ਪੁੱਟ ਕਰਾਂਗੇ ਤਾਂ ਸਾਡੇ ਕੋਲ ਦੋ ਟਰਮ ਦਾ ਜਿਹੜਾ ਸਮ ਸਾਡੇ ਕੋਲ ਜਿਹੜਾ ਫਾਈਂਡ ਹੋ ਜਾਏਗਾ। ਸੋ ਧਿਆਨ ਰੱਖਣਾ ਕਿ ਫਸਟ 1 ਪੁੱਟ ਕਰਾਂਗੇ। ਸੋ ਕਰਕੇ ਵੇਖ ਲੈਂਦੇ ਅਸੀਂ ਕਿ ਕੀ ਕਹਿ ਰਹੇ ਅਸੀਂ। ਸੋ ਸੋਲਿਊਸ਼ਨ ਦੇਖਦੇ ਹਾਂ ਸਾਡੇ ਕੋਲ ਕੀ ਬਣਦਾ ਹੈ। ਸੋ S1 ਔਰ A1 ਠੀਕ ਹੈ। ਇਸ ਦੇ ਬਾਰੇ ਤਾਂ ਕਲੀਅਰ ਹੋ ਗਿਆ ਹੋਗਾ ਤੁਹਾਡੇ ਕੋਲ ਅਸੀਂ ਕਰ ਚੁੱਕੇ ਹਾਂ। ਇਹ ਸਾਡੇ ਕੋਲ ਹੋਏਗਾ 4 n ਦੀ ਜਗ੍ਹਾ ਤੇ 1 - 1 ਦਾ ਸਕੁਅਰ ਸਾਡੇ ਕੋਲ ਹੋ ਗਿਆ 4 - 1 1 ਦਾ ਸਕੁਅਰ 1 ਆ ਗਿਆ ਨਾ 1 × 1 1 = 1। ਸੋ ਸਾਡੇ ਕੋਲ ਹੋ ਗਿਆ 3। ਸੋ ਇਸ ਦਾ ਮਤਲਬ S1 ਔਰ A1 ਜਿਹੜਾ ਸਾਡੇ ਕੋਲ ਆ ਜਾਂਦੇ ਹਨ ਉਹ 3 ਜਿਹੜਾ ਕਿ ਆ ਜਾਂਦਾ ਹੈ। ਸੋ AP ਜਿਹੜੀ ਸਾਡੇ ਕੋਲ ਬਣ ਜਾਏਗੀ ਉਹ ਕੀ ਆ ਜਾਏਗਾ AP = ਫਸਟ ਟਰਮ ਜਿਹਦੇ ਵਿੱਚ ਆ ਗਈ ਸਾਡੇ ਕੋਲ 3 ਤੇ S1 ਵੀ ਜਿਹੜਾ ਸਾਡੇ ਕੋਲ ਕਿੰਨਾ ਆਏਗਾ 3 ਆਏਗਾ। ਸੋ ਇਸ ਤੋਂ ਬਾਅਦ ਸਾਨੂੰ ਕਿਹਾ ਹੈ ਕਿ A1 S1 ਸਾਡੇ ਕੋਲ ਕਲੀਅਰ ਹੋ ਗਿਆ। 3 S2 ਦੱਸੋ ਸਮੇਸ਼ਨ ਆਫ ਟੂ ਟਰਮਸ। ਸੋ ਇਹ ਸਾਡੇ ਕੋਲ ਸਮੇਸ਼ਨ ਦਿੱਤਾ ਗਿਆ ਹੈ ਨਾ ਕਿ ਸਾਡੇ ਕੋਲ AN ਦਿੱਤੀ ਗਈ ਹੈ। ਜੇਕਰ AN ਹੋਵੇ ਤਾਂ ਅਸੀਂ ਇੱਕ AP ਬਣਾਦੇ ਹਾਂ ਇੱਕ AP ਪਤਾ ਕਰਦੇ ਹਾਂ। ਸੋ ਇਹ ਸਾਡੇ ਕੋਲ ਹੈ SN। ਸੋ S2 ਫਾਈਂਡ ਕਰਦੇ ਹਾਂ ਅਸੀਂ S2 = ਸਾਡੇ ਕੋਲ ਆ ਗਿਆ 4 2 - 2 ਦਾ ਸਕੁਅਰ 4 2 = 8 - 2 2 = 4 ਸਾਡੇ ਕੋਲ ਆ ਗਿਆ 4। ਇਸ ਦਾ ਮਤਲਬ ਕਿ ਸਾਡੇ ਕੋਲ ਸੈਕਿੰਡ ਟਰਮ ਆ ਗਈ ਜਿਹੜੀ ਸਮੇਸ਼ਨ ਦੇ ਵਿੱਚ। ਸੋ ਦੇਖੋ ਧਿਆਨ ਦੇ ਨਾਲ ਇੱਥੇ ਸਾਡੇ ਕੋਲ ਸਮੇਸ਼ਨ ਚੱਲ ਰਿਹਾ ਹੈ। ਪਹਿਲਾ ਆ ਗਿਆ 3 ਸੈਕਿੰਡ ਸਮੇਸ਼ਨ ਸਾਡੇ ਕੋਲ ਆ ਗਿਆ 4। ਸੋ ਕਲੀਅਰ। ਦੂਜੀ ਟਰਮ ਜੋੜ ਦੇ ਵਿੱਚ ਸਾਡੇ ਕੋਲ ਆਉਂਦੀ ਹੈ 4। ਸੋ ਹੁਣ 3 ਦੇ ਵਿੱਚ ਅਸੀਂ ਕਿੰਨਾ ਜੋੜੀਏ ਕਿ ਸਾਡੇ ਕੋਲ 4 ਆਏਗਾ ਉਹ ਸਾਡੀ AP ਬਣ ਜਾਏਗੀ। ਇਹਦਾ ਮਤਲਬ ਸਾਡੇ ਕੋਲ ਅਗਲੀ ਟਰਮ ਜਿਹੜੀ ਹੋ ਜਾਏਗੀ ਉਹ ਕਿੰਨੀ ਹੋ ਜਾਏਗੀ 1 ਹੋ ਜਾਏਗੀ। ਫਿਰ ਇਹ ਬਣੇਗਾ ਨਾ 3 + 1 = 4। ਸਮੇਸ਼ਨ ਦੇਖੋ ਪਹਿਲੀ ਟਰਮ ਦਾ ਜੋੜ ਸਾਡੇ ਕੋਲ ਇਹੀ ਆ ਗਿਆ। ਦੂਸਰੀ ਟਰਮ ਦਾ ਜੋੜ ਕੀ ਹੋਏਗਾ ਇਹਨਾਂ ਦੋਵਾਂ ਦਾ ਜੋੜ ਸਾਡੇ ਕੋਲ ਜੋ ਹੋਏਗਾ ਉਹ ਸਾਡੇ ਕੋਲ S2 ਦੇ ਵਿੱਚ ਜਿਹੜਾ ਸਾਡੇ ਕੋਲ ਆਵੇਗਾ। ਸੋ ਇਹ ਸੀ ਸਾਡੇ ਕੋਲ S1 ਐਂਡ S2 ਅਸੀਂ ਫਾਈਂਡ ਕੀਤੇ ਹਨ। ਫਿਰ S2 ਵੀ ਸਾਨੂੰ ਫਾਈਂਡ ਕਰਨ ਨੂੰ ਕਿਹਾ ਸੀ S2 ਸਾਡੇ ਕੋਲ 4 ਆ ਗਿਆ। A3 A10 AN ਜਿਹੜੇ ਕਿ ਪਤਾ ਕਰੋ। ਸੋ A3 ਫਾਈਂਡ ਕਰਨਾ ਹੈ। ਦੇਖੋ ਸਾਡੇ ਕੋਲ D ਕਿੰਨਾ ਆਉਂਦਾ ਹੈ ਹੁਣ ਠੀਕ ਹੈ। D ਫਾਈਂਡ ਹੁੰਦਾ ਸਾਡੇ ਕੋਲ A2 - A1। ਸੋ D ਕਿੰਨਾ ਆ ਜਾਏਗਾ ਦੇਖੋ ਇਹ ਫਸਟ ਟਰਮ ਹੈ ਸਾਡੇ ਕੋਲ ਇਹ ਸੈਕਿੰਡ ਟਰਮ ਹੈ। ਸੋ ਇਹ ਆ ਗਿਆ ਸਾਡੇ ਕੋਲ 1 - 3। ਸੋ D = ਆ ਗਿਆ -2। ਸੋ D ਕੀ ਆਉਂਦਾ -2। ਸੋ ਫਾਈਂਡ ਕਰਦੇ ਹਾਂ ਅਸੀਂ ਆਪਣੀ A ਥਰਡ ਟਰਮ ਸਾਡੇ ਕੋਲ ਆ ਗਈ A + 2D। ਸੋ ਇਹ ਸਾਨੂੰ ਪਤਾ ਹੈ ਕਿ ਜਦੋਂ ਸਾਡੇ ਕੋਲ 3 ਹੋਵੇ ਜਾਂ 4 ਹੋਵੇ ਜਿੰਨਾ ਵੀ ਫਾਈਂਡ ਕਰਨ ਨੂੰ A ਕਿਹਾ ਜਾਵੇ ਅਸੀਂ ਇੱਕ ਘੱਟ D ਉਸ ਤੋਂ A ਦੇ ਵਿੱਚ ਜਿਹੜਾ ਕਿ ਅਸੀਂ ਪਲੱਸ ਜਾਂ ਜੋੜ ਕਰ ਦਿੰਦੇ ਹਾਂ। ਇਹ ਆ ਗਿਆ ਸਾਡੇ ਕੋਲ A3 = A ਕਿੰਨਾ ਹੈ 3 + 2 D ਕਿੰਨਾ ਹੈ -2।
ਸਾਡੇ ਕੋਲ ਹੈਗਾ 3 2 2 ज़ा 4 -4 इज इक्वल टू आ गया -1। सो ये आ गया साढ़े को A3। सो A3 भी फाइंड हो जाता है। फिर रहेगा साढ़े को A10। सो A10 का फॉर्मूला इज इक्वल टू A + 9D। सो A कितना है साढ़े को 3 दिता गया है प्लस 9D कितना है -2। साढ़े को 3 9 2 ज़ा 18 -18। सो साढ़े को जिहड़ा A10 आता है की आ जाता है 3 - 18 कितना हो जाएगा साढ़े को 15 माइनस का आ गया साढ़े को 15 आ जाता है। सो बड़ी वैल्यू साढ़े को 18 है उसके अगे साइन माइनस का है प्लस माइनस माइनस होंदा है इसलिए जो आंसर है बड़ी वैल्यू के साइन के आएगा इसलिए साढ़े को -15 जोड़ा वो आता है। सो A10 भी हो गया साढ़े को S1 A2 A3 A10। सो रह गया साढ़े को AN। सो AN देखते हैं AN इज इक्वल टू A + n - 1D। सो A कितना है साढ़े को 3 + n कितना है साढ़े को n सानू नहीं पता कि n साढ़े को कितना है। ये आ गया साढ़े को n - 1 D कितना है साढ़े को -2। साढ़े को आ गया 3 + -2 ਨੂੰ मल्टीप्लाई करांगे इस ब्रैकेट के नाल -2n + 2। देखो माइनस ਨੂੰ 2n ਨਾਲ मल्टीप्लाई किया माइनस आंसर माइनस ਨੂੰ माइनस ਨਾਲ किया प्लस विच आंसर 3 - 2n + 2। सो ब्रैकेट ਨੂੰ ओपन किया तो साढ़े को बाहर प्लस सी साइन साढ़े को चेंज नहीं होए जेकर इत्थे माइनस होंदा तो साढ़े को साइन जिहड़े सी वो चेंज हो जाने सी। साढ़े को आ गया 3 + 2 कितना हो गया 5। दोवें वैल्यूज़ प्लस दियाँ ना साढ़े को 3 + 2 -2n साढ़े को बन गया 5 - 2n। सो इसका मतलब कि जी साढ़े को n टर्म आती है वो साढ़े को आ जाती है 5 - 2n। सो ये सी साडा क्वेश्चन नंबर 11th जिस दे विच साडे को जो भी गिवन सीगा उसके बेस ते असीं जिहड़ा क्वेश्चन जिहड़ा कि सॉल्व किया है। सो S1 A1 का जिहड़ा कंसैप्ट है इसनूं तुसीं क्लीयर कर लेना है ये थोड़ा साडा प्रैक्टिस ते होवेगा। सो जिस तरह असीं AP फाइंड की है जिस दे विच साडे को A1 टर्म 3 सी गई थे A2 टर्म कितनी सी 1 सी। सो A1 एंड S1 साडे को हमेशा सेम रहणगे। सो जिहड़ा S2 बनेगा साडे को अगली टर्म जिहड़ी A2 दी होवेगी साडे कोल उसनूं असीं सॉल्व करांगे फाइंड किया असीं। देखो S2 4 आ गया साडे को AP साडे को जिहड़ी सीगी वो A1 ते S1 साडे को 3 आ गए। सो S2 4 आया इहदा मतलब कि AP दी अगली टर्म प्लस करन तो बाद साडे को 4 आएगा ना S2 फिर ही S2 बनेगा ना। S2 की होएगा साडे को A1 + A2 इन्हां दोवां टर्म्स नूं ऐड करके आएगा। सो साडे को A1 3 A2 साडे को नहीं सी साडे को S2 आ गया सी 4। सो 4 दे विचों असीं 3 माइनस करता सानूं पता लग गया कि अगली टर्म जिहड़ी कितनी होएगी साडे कोल 1 होएगी। सो इस तरह असीं जिहड़ी AP अपनी बना ली है। फिर D फाइंड किया D फाइंड करने तो बाद जिहड़ी भी टर्म सानूं A10 फाइंड करना सी A3 करना सी फाइंड किए। सो AN टर्म फाइंड करनी सी वो की है। सो वध तो वध बच्चों नाल शेयर करो ताकि असीं बच्चों दी वध तो वध जिहड़ियां गणित संबंधी समस्यावां ने उन्हां नूं हल करन दी उन्हां दी सॉल्व करन दी कोशिश कर सकीए। सो थैंक यू मिलते हैं नैक्सट क्लास दे विच नैक्सट क्वेश्चन दे नाल।